ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ 'ਤੇ ਸਵਾਗਤ ਹੈ। ਆਓ ਅਸੀਂ ਲੜੀਵਾਰ ਵਿਚਾਰ ਦੇ ਤਹਿਤ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਕਿਹੜਾ ਸੁੱਖ ਮੇਨ ਪ੍ਰਦਾਨ ਕੀਤਾ ਹੈ, ਸੁੱਖ ਦੀ ਪਰਿਭਾਸ਼ਾ ਦੱਸੀ ਹੈ। ਉਸ ਸੁੱਖ ਨੂੰ ਸਮਝ ਕੇ ਆਪਣੇ ਜੀਵਨ ਨੂੰ ਸਵਾਰ ਲਈਏ। ਸੋ ਅੱਜ ਚੌਥੇ ਸ਼ਲੋਕ ਪੰਜਵੇਂ ਪਦ ਨੂੰ ਸਮਝਣਾ ਹੈ, ਜਿਹਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਵੀ ਉਹ ਗੁਣ ਜੋ ਤੇਰੇ ਕੋਲ ਪਏ ਹੋਏ ਨੇ ਗੁਰੂ ਦੇ ਗਿਆਨ ਦੇ ਰਾਹੀਂ ਤੈਨੂੰ ਸਮਝ ਆਉਂਦੇ ਨੇ, ਔਰ ਉਹਨਾਂ ਗੁਣਾਂ ਨੂੰ ਤੂੰ ਸੰਭਾਲ ਕਰੇ ਤੇ ਉਹ ਗੁਣ ਸਦਾ ਤੈਨੂੰ ਚੰਗਾ ਜੀਵਨ ਦੇ ਸਕਦੇ ਨੇ। ਸਦਾ ਲਈ ਤੇਰੇ ਅੰਦਰ ਆਤਮਿਕ ਖੇੜਾ ਬਣਿਆ ਰਹਿ ਸਕਦਾ ਹੈ, ਸਦਾ ਲਈ ਤੂੰ ਰੂਹਾਨੀਅਤ ਜੀਵਨ ਪ੍ਰਾਪਤ ਕਰ ਸਕਦਾ ਹੈ। ਪਰ ਹੁਣ ਵੇਖੋ ਪੰਜਵੇਂ ਪਦੇ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ, ਨਿਰਗੁਣ ਯਾਰ ਇਆਨਿਆ ਸ਼ਲੋਕ ਹੈ ਨਾ, ਕਿ ਜਿਹੜੇ ਆਪਣੇ ਨਿਰਗੁਣਾਂ ਦੇ ਨਾਲ ਜੁੜੇ ਹੋਏ ਨੇ ਉਸ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਪਏ। ਜਿਹੜੇ ਸਿਰਫ ਆਪਣੇ ਅਵਗੁਣਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਹਾਲਤ ਵੇਖੋ ਪੰਜਵੇਂ ਪਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਕਰਤੂਤ ਪਸ਼ੂ ਕੀ, ਹੁਣ ਵੇਖੋ ਇਹ ਗੱਲ ਉਹਨਾਂ ਦੀ ਹੋ ਰਹੀ ਹੈ ਜਿਹੜੇ ਮੇਰੇ ਵਰਗੇ ਧਰਮੀ ਬਣ ਕੇ ਲੋਕਾਂ ਨੂੰ ਧਰਮ ਦਾ ਪ੍ਰਚਾਰ ਕਰ ਰਹੇ ਨੇ ਔਰ ਕਹਿ ਰਹੇ ਨੇ ਭਾਈ ਮੇਰੀਆਂ ਜੇਬਾਂ ਭਰ ਦਿਓ। ਕਿਉਂਕਿ ਪੁਜਾਰੀ ਦੀ ਸੋਚ ਸਾਡੇ ਉੱਤੇ ਇਤਨੀ ਪ੍ਰਭਾਵਿਤ ਕਰ ਚੁੱਕੀ ਹੈ, ਅਸੀਂ ਉਸ ਪੁਜਾਰੀ ਵਾਲੀ ਸੋਚ ਤੋਂ ਉੱਤੇ ਨਹੀਂ ਉੱਠ ਸਕੇ ਅੱਜ ਤੱਕ। ਔਰ ਪੁਜਾਰੀ ਵਾਲੀ ਸੋਚ ਨੇ ਐਸਾ ਸਾਡੇ ਅੰਦਰ ਪ੍ਰਭਾਵ ਪਾ ਦਿੱਤਾ ਹੈ ਕਿ ਹਰ ਇਨਸਾਨ ਦੀ ਅੱਜ ਹਾਲਤ ਇਹ ਹੈ ਕਿ ਕਰਤੂਤ ਪਸ਼ੂ ਕੀ, ਕਰਤੂਤਾਂ ਪਸ਼ੂਆਂ ਵਾਲੀਆਂ ਨੇ। ਬਿਰਤੀ ਕਿੱਥੇ ਚਲੀ ਗਈ? ਕਿਉਂਕਿ ਗਿਆਨ ਦੇ ਨਾਲ ਨਹੀਂ ਨਾ ਜੁੜੀ, ਗੁਰੂ ਦੇ ਗਿਆਨ ਨੂੰ ਨਹੀਂ ਸਮਝਿਆ। ਗੁਰੂ ਦੇ ਗਿਆਨ ਨੂੰ ਸਿਰਫ ਮੱਥਾ ਟੇਕ ਕੇ ਚਲੇ ਗਏ। ਗੁਰੂ ਦਾ ਮਤਲਬ ਹੈ ਸ਼ਬਦ ਗੁਰੂ ਦਾ ਗਿਆਨ। ਸ਼ਬਦ ਗੁਰੂ ਦੇ ਗਿਆਨ ਨੂੰ ਸਮਝਿਆ ਨਹੀਂ, ਮੱਥੇ ਟੇਕ ਕੇ ਘਰਾਂ ਨੂੰ ਚਲੇ ਜਾਂਦੇ ਹਾਂ ਤੇ ਅੰਦਰ ਜਿਹੜੀ ਹੈ ਵੇਖਣ ਨੂੰ ਅਸੀਂ ਮਨੁੱਖ ਨਜ਼ਰ ਆ ਰਹੇ ਹਾਂ। ਔਰ ਸਾਰੇ ਹੀ ਉਹਨਾਂ ਦੇ ਉੱਤੇ ਲਾਗੂ ਹੁੰਦਾ ਜਿਹੜੇ ਆਪਣੇ ਫਾਇਦੇ ਲਈ ਪ੍ਰਚਾਰ ਕਰ ਰਹੇ ਨੇ ਜਾਂ ਸਿਰਫ ਆਪਣੇ ਮਨ ਦੀਆਂ ਬਿਰਤੀਆਂ ਨੂੰ ਲੈ ਕੇ ਘਰ ਇੱਥੇ ਆ ਕੇ ਮੱਥੇ ਟੇਕਦੇ ਪਏ ਨੇ। ਇਹ ਸਾਰੇ ਉਸ ਹਰ ਇੱਕ ਸਿੱਖ ਦੇ ਉੱਤੇ ਲਾਗੂ ਹੁੰਦੀ ਇਹ ਗੱਲ। ਸਤਿਗੁਰੂ ਕਹਿੰਦੇ ਲੋਕ ਵਿਚਾਰਾ ਲੋਕਾਂ ਵਿੱਚ ਪ੍ਰਚਾਰ ਕਰ ਰਿਹਾ ਹੈ। ਫਿਰ ਦਿਨ ਰਾਤ ਹਰ ਵੇਲੇ ਜਦੋਂ ਵੀ ਟਾਈਮ ਮਿਲਦਾ ਕੋਈ ਕਵੇ ਨਾ ਕਿ ਆਓ ਜੀ ਤੁਹਾਨੂੰ 500 ਰੁਪਈਆ ਜਾਂ ਇੰਨੇ, ਚਲੋ ਉਹਨੂੰ ਛੱਡੋ ਵੀ ਇੰਨੀ ਮਾਇਆ ਦਿੰਦੇ ਆਓ, ਤੇ ਭੱਜੇ ਜਾਂਦੇ ਹਾਂ ਅਸੀਂ। ਕਿਉਂ? ਅੰਦਰ ਬਿਰਤੀ ਕਿਹੜੀ ਹੈ? ਹੁਣ ਦੱਸੋ ਫਿਰ ਕਿਵੇਂ ਗੁਰੂ ਦੇ ਗਿਆਨ ਦਾ ਪ੍ਰਚਾਰ ਹੋ ਸਕਦਾ? ਕਿਉਂਕਿ ਸੁਣਨ ਵਾਲੇ ਵੀ ਉਸੇ ਬਿਰਤੀ ਨਾਲ ਜੁੜੇ ਹੋਏ ਨੇ ਔਰ ਸੁਣਾਉਣ ਵਾਲੇ ਵੀ ਉਸੇ ਹੈਗੇ ਵਿਰਲੇ ਕਈ ਜਿਹੜੇ ਇਸ ਚੀਜ਼ ਤੋਂ ਨਿਰਲੇਪ ਹੋ ਕੇ, ਇਸ ਚੀਜ਼ ਤੋਂ ਰਹਿਤ ਹੋ ਕੇ ਗੁਰੂ ਦੇ ਗਿਆਨ ਨੂੰ ਸਹੀ ਮਾਇਨਿਆਂ ਵਿੱਚ ਸਮਝ ਚੁੱਕੇ ਨੇ ਔਰ ਸਹੀ ਮਾਇਨਿਆਂ ਵਿੱਚ ਜੀਵਨ ਗੁਜ਼ਾਰ ਰਹੇ ਨੇ। ਪਰ ਉਹ ਵਿਰਲੇ ਕਈ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਲਿਖਿਆ। ਤੇ ਹਾਲਤ ਉਹਨਾਂ ਦੀ ਫਿਰ ਵੇਖੋ ਕੀ ਹੈ ਕਿ ਪਸ਼ੂ ਵਾਲੀ ਬਿਰਤੀ। ਕਿਉਂਕਿ ਪਸ਼ੂ ਦੀ ਬਿਰਤੀ ਹੈ ਕਿ ਆਪਣੀ ਭਾਵੇਂ ਖੁਰਲੀ ਭਰੀ ਹੋਵੇ ਪਰ ਨਾਲ ਦੇ ਪਸ਼ੂ ਦੀ ਖੁਰਲੀ ਦੇ ਵਿੱਚ ਪੱਠੇ ਪਏ ਹੋਣ ਨਾ, ਫਿਰ ਤੁਸੀਂ ਦੇਖੋ ਰੱਸਾ ਬੰਨਿਆ ਹੁੰਦਾ ਜੱਟ ਨੇ ਕਿ ਇਹ ਦੂਜੀ ਖੁਰਲੀ ਵਿੱਚ ਮੂੰਹ ਨਾ ਮਾਰ ਸਕੇ, ਪਰ ਉਹ ਪਰਵਾਹ ਨਹੀਂ ਕਰਦਾ। ਰੱਸਾ ਤੜਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਨੱਕ ਵਿੱਚੋਂ ਖੂਨ ਆਪਣੇ ਆਪ ਨੂੰ ਲਹੂ ਲੁਹਾਨ ਕਰ ਲੈਂਦਾ ਪਸ਼ੂ, ਪਰ ਕੋਸ਼ਿਸ਼ ਕਰਦਾ ਕਿ ਮੈਂ ਪਹਿਲਾਂ ਉਹ ਪੱਠੇ ਖਾ ਲਵਾਂ, ਆਹ ਤੇ ਪੱਠੇ ਮੇਰੇ ਪਏ ਨੇ ਤੇ ਮੈਂ ਖਾਣੇ ਹੀ ਖਾਣੇ ਨੇ। ਅੱਜ ਉਹੀ ਇਨਸਾਨ ਆਪਣੀ ਜਿਹੜੀ ਹੈ ਬਿਰਤੀ ਇਸੇ ਤਰ੍ਹਾਂ ਦੀ ਬਣਾ ਕੇ ਗੁਰੂ ਦੇ ਦਰ 'ਤੇ ਆ ਰਿਹਾ ਕਿ ਮੇਰਾ ਭਲਾ ਹੋ ਜਾਵੇ, ਦੂਸਰੇ ਦਾ ਮੈਨੂੰ ਕੋਈ ਪਰਵਾਹ ਨਹੀਂ, ਦੂਸਰੇ ਦਾ ਹੱਕ ਵੀ ਮੇਰੇ ਕੋਲ ਜਿੰਨਾ ਹੋ ਸਕਦਾ ਮੈਂ ਖੋਹ ਲਵਾਂ। ਤੇ ਸਤਿਗੁਰੂ ਜੀ ਵੇਖੋ ਹੁਣ ਕਹਿੰਦੇ ਨੇ ਬਾਹਰ ਭੇਖ ਅੰਤਰ ਮਲ ਮਾਇਆ,
ਬਾਹਰ ਭੇਖ ਵੇਖਣ ਨੂੰ ਕਿੰਨਾ ਸੋਹਣਾ, ਮੇਰਾ ਹੀ ਦੇਖ ਲਓ ਤੁਸੀਂ, ਕੇਸਰੀ ਰੰਗ ਦੀ ਪੱਗ ਬੰਨੀ ਹੋਈ ਹੈ ਤੇ ਨੀਲਾ ਚੋਲਾ ਪਾਇਆ ਹੋਇਆ, ਵੇਖਣ ਵਾਲਾ ਕਹੇਗਾ ਆ ਗਿਆਨੀ ਜੀ ਬੜੇ ਕਰਨੀ ਵਾਲੇ ਨੇ। ਭੇਖ ਦੇ ਉੱਤੇ ਹੀ ਤੇ ਦੁਨੀਆ ਮਰ ਰਹੀ ਹੈ ਅੱਜ। ਪਰ ਅੰਤਰ ਮਲ ਮਾਇਆ, ਅਗਿਆਨਤਾ ਦਾ ਗੰਦ ਪਿਆ ਹੋਇਆ। ਵੇਖੋ ਅੰਦਰ ਮਾਇਆ ਕਹਿੰਦੇ ਨੇ ਅਗਿਆਨਤਾ ਨੂੰ, ਜਿਤ ਹਰ ਬਿਸਰੈ, ਜਿਹਦੇ ਨਾਲ ਅਸੀਂ ਪਰਮਾਤਮਾ ਦੇ ਸਿਧਾਂਤ ਨੂੰ, ਪਰਮਾਤਮਾ ਦੇ ਗੁਣਾਂ ਨੂੰ ਕਹਿ ਲਈਏ ਜਾਂ ਗੁਰੂ ਦੇ ਗਿਆਨ ਨੂੰ ਕਹਿ ਲਈਏ, ਭੁੱਲ ਚੁੱਕੇ ਹੋਈਏ, ਉਹ ਹੈ ਮਾਇਆ। ਤਾਂ ਸਤਿਗੁਰੂ ਜੀ ਕਹਿੰਦੇ ਨੇ ਅੰਦਰ ਤੇ ਅਗਿਆਨਤਾ ਦਾ ਗੰਦ ਪਿਆ ਹੋਇਆ। ਮਲ ਕਹਿੰਦੇ ਨੇ ਗੰਦ ਨੂੰ। ਸੋ ਕਹਿੰਦੇ ਵੀ ਅੰਦਰ ਤੇ ਅਗਿਆਨਤਾ ਦਾ ਇਨਸਾਨ ਦੇ ਗੰਦ ਪਿਆ ਹੋਇਆ ਹੈ। ਛਪਸ ਨਾਹੀਂ ਕਛ ਕਰੈ ਛਪਾਇਆ, ਤੇ ਕਿਵੇਂ ਛਪ ਸਕਦਾ ਹੈ? ਹੁਣ ਸਾਫ਼ ਨਜ਼ਰ ਆਉਂਦਾ ਹੈ ਨਾ। ਵੇਖੋ ਕਿੰਨਾ ਸੋਹਣਾ ਅਸੀਂ ਜੀ ਉਹ ਕਰਾਂਗੇ, ਸਤਿਗੁਰੂ ਜੀ ਨੇ ਸਾਨੂੰ ਆਹ ਕਿਹਾ, ਸਤਿਗੁਰੂ ਜੀ ਨੇ ਸਾਨੂੰ ਉਹ ਕਿਹਾ ਹੈ। ਸਾਧ ਸੰਗਤ ਜੀ ਆਪਣੇ ਜੀਵਨ ਨੂੰ ਸਵਾਰੋ। ਪਰ ਬਾਅਦ ਵਿੱਚ ਜਿਵੇਂ ਪ੍ਰਚਾਰ ਪਤਾ ਵੀ ਹੁਣ ਸਮਾਂ ਖਤਮ ਹੈ, ਸਾਧ ਸੰਗਤ ਜੀ ਅਸੀਂ ਫਿਰ ਇੰਨੀਆਂ ਲੜਕੀਆਂ ਦੇ ਵਿਆਹ ਕਰ ਰਹੇ ਹਾਂ, ਅਸੀਂ ਉਹ ਉੱਥੇ ਗੁਰੂ ਘਰ ਬਣਾ ਰਹੇ ਹਾਂ, ਅਸੀਂ ਇਹ ਕਰ ਰਹੇ ਹਾਂ, ਜਿੰਨੀ ਮਾਇਆ ਹੋ ਸਕਦੀ ਏ ਤੁਸੀਂ ਮੇਰੇ ਸੇਵਕਾਂ ਦੇ ਕੋਲੋਂ ਪਰਚੀ ਘਟਾ ਸਕਦੇ ਹੋ। ਆਹੀ ਹੋ ਰਿਹਾ ਨਾ। ਕਿਉਂਕਿ ਗੁਰਬਾਣੀ ਵਿੱਚ ਪੜ੍ਹੋ, ਗੁਰਬਾਣੀ ਕਹਿੰਦੀ ਜੋ ਜੀ ਹੋਏ ਸੋ ਹੋਵੇ, ਮੂੰਹ ਕਾ ਕਹਿਆ ਵਾਓ। ਜੋ ਇਨਸਾਨ ਦੇ ਅੰਦਰ ਹੈ ਨਾ, ਉਹ ਮੁਖ ਦੇ ਵਿੱਚੋਂ ਬਿਆਨ ਹੋ ਰਿਹਾ, ਸਰੀਰ ਉਹ ਕਾਰਜ ਕਰ ਰਿਹਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਮਾਨ। ਸੁਆਨ ਕਹਿੰਦੇ ਕੁੱਤੇ ਨੂੰ, ਤੇ ਲਾਲਚ ਕੀ ਹੈ? ਕੁੱਤਾ। ਕਹਿੰਦੇ ਇਨਸਾਨ ਦੇ ਅੰਦਰ ਅੱਜ ਕੁੱਤਾ ਹੈ, ਲਾਲਚ ਕੁੱਤਾ ਬੈਠਾ ਹੋਇਆ ਹੈ। ਕਿਉਂਕਿ ਕਰਤੂਤ ਪਸ਼ੂ ਦੀ ਗੱਲ ਕੀਤੀ ਨਾ ਸਭ ਤੋਂ ਪਹਿਲਾਂ, ਕਿਉਂਕਿ ਗੁਣਾਂ ਦੀ ਸੰਭਾਲ ਨਹੀਂ, ਗਿਆਨ ਦੀ ਸੰਭਾਲ ਨਹੀਂ ਕੀਤੀ। ਗਿਆਨ ਤੇ ਸੁਣਿਆ ਹੀ ਨਹੀਂ ਗੁਰੂ ਦਾ। ਸੋ ਸਤਿਗੁਰੂ ਜੀ ਕਹਿੰਦੇ ਨੇ ਬਾਹਰ ਤੋਂ ਵੇਖਣ ਵੇਲੇ ਤੇ ਆ ਵੇਖੋ ਹੁਣ ਤੁਸੀਂ ਗੱਲਾਂ ਸੁਣੋ, ਅਸੀਂ ਗੁਰੂ ਦੀਆਂ ਗੱਲਾਂ ਕਰ ਰਹੇ ਹਾਂ। ਪਰ ਜੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਸਿੱਖਾ ਤੇਰੇ ਅੰਦਰ ਲਾਲਚ ਬੈਠਾ, ਕੁੱਤਾ ਬੈਠਾ, ਲਾਲਚ ਦਾ ਕੁੱਤਾ ਬੈਠਾ, ਫਿਰ ਕੀ ਫਾਇਦਾ ਤੇਰੀਆਂ ਗਿਆਨ ਦੀਆਂ ਗੱਲਾਂ ਕਰਨ ਦਾ? ਆਪਣੇ ਅੰਦਰ ਨੂੰ ਸਵਾਰ, ਇਸ ਮਨ ਨੂੰ ਸਵਾਰ, ਔਰ ਇਹ ਮਨ ਸੁਗਰੇਗਾ। ਮਨ ਵੇਚੈ ਸਤਿਗੁਰੂ ਕੇ ਪਾਸ। ਜਦੋਂ ਗੁਰੂ ਨੂੰ ਅਰਪਣ ਕਰ ਦੇਵੇ ਕਿ ਸਤਿਗੁਰੂ ਜੀ ਹੁਣ ਜਿਵੇਂ ਦਾ ਤੁਸੀਂ ਮੈਨੂੰ ਗਿਆਨ ਬਖਸ਼ੋ ਉਹ ਮੇਰਾ ਜੀਵਨ ਬਣ ਜਾਵੇ, ਔਰ ਉਵੇਂ ਦਾ ਜੀਵਨ ਗੁਜ਼ਾਰਨਾ ਵੀ ਸ਼ੁਰੂ ਕਰੇ। ਤੇ ਹੋ ਕੀ ਰਿਹਾ? ਅੰਤਰ ਅਗਨ ਬਾਹਰ ਤਨ ਸੁਆ। ਅੰਦਰ ਤ੍ਰਿਸ਼ਨਾਵਾਂ ਦੀ ਅੱਗ ਲੱਗੀ ਹੋਈ। ਔਰ ਕਿਹੜੀ ਅੱਗ ਲੱਗਣੀ ਅੰਦਰ ਕਹਿੰਦੇ ਤ੍ਰਿਸ਼ਨਾਵਾਂ ਦੀ ਅੱਗ ਲੱਗੀ ਹੋਈ ਏ, ਤੇ ਬਾਹਰੋਂ ਗੱਲਾਂ ਬੜੀਆਂ ਗਿਆਨ ਦੀਆਂ ਕੀਤੀਆਂ ਜਾ ਰਹੀਆਂ ਨੇ ਕਿ ਸਤਿਗੁਰੂ ਜੀ ਨੇ ਸਾਨੂੰ ਸਿੱਖੋ ਆਹ ਗੁਣ ਬਖਸ਼ੇ ਨੇ, ਸਾਨੂੰ ਆਹ ਗਿਆਨ ਬਖਸ਼ਿਆ ਹੈ। ਗਲ ਪਾਥਰ ਕੈਸੇ ਧਰੈ ਅਥਾਹ। ਕਹਿੰਦੇ ਆਪਣੇ ਉੱਤੇ ਤੇ ਭਾਰ ਬੰਨਿਆ ਹੋਇਆ, ਅਗਿਆਨਤਾ ਦਾ ਪੱਥਰ ਤੇਰੇ ਉੱਤੇ ਪਿਆ ਹੋਇਆ ਹੈ, ਤੇ ਕਿਵੇਂ ਤੂੰ ਲੋਕਾਂ ਨੂੰ ਪਾਰ ਕਰਵਾ ਸਕਦਾ ਹੈ? ਲੋਕ ਕਿਵੇਂ ਤੇਰੇ ਗਿਆਨ ਨਾਲ ਸਿੱਧੇ ਰਸਤੇ ਤੇ ਚੱਲ ਸਕਦੇ ਨੇ? ਜਾਂ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਧ। ਲਓ ਜੀ, ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਵਸ ਗਏ। ਪਰਮਾਤਮਾ ਕੀ ਹੈ? ਗੁਣਾਂ ਦਾ ਸਾਗਰ। ਔਰ ਜਿਹੜਾ ਗੁਰੂ ਦਾ ਪਿਆਰ ਵਾਲਾ ਗਿਆਨ ਨੂੰ ਸਮਝ ਜਾਂਦਾ ਹੈ, ਗੁਰੂ ਦੇ ਗਿਆਨ ਨੂੰ ਸਮਝ ਕੇ ਗਿਆਨ ਦੇ ਅਨੁਸਾਰ ਜੀਵਨ ਜਿਉਣ ਲੱਗ ਪੈਂਦਾ ਨਾ, ਉਹਨੂੰ ਪਤਾ ਲੱਗ ਜਾਂਦਾ ਕਿ ਪਰਮਾਤਮਾ ਦਾ ਸਿਧਾਂਤ ਮੈਨੂੰ, ਪਰਮਾਤਮਾ ਦੇ ਗੁਣ ਮੈਨੂੰ ਆਹ ਕਰ ਰਹੇ ਨੇ। ਤੇ ਨਾਨਕ ਸਾਹਿਬ ਜੀ ਦੀ ਸੋਚ ਕਹਿੰਦੇ ਉਹ ਹੈ ਜਨ। ਹਰ ਜਨ ਐਸਾ ਚਾਹੀਏ ਜੈਸਾ ਹੀ ਹਰ ਹੀ। ਉਹ ਐਸੇ ਇਨਸਾਨ ਨੂੰ, ਐਸੇ ਗੁਰਸਿੱਖ ਨੂੰ ਜਨ ਕਿਹਾ ਹੈ। ਤੇ ਉਹਦੇ ਅੰਦਰ ਕਹਿੰਦੇ ਸਹਿਜਤਾ ਦੀ, ਅਡੋਲਤਾ ਦੀ ਅਵਸਥਾ ਸਮਾ ਜਾਂਦੀ ਹੈ। ਉਹ ਅਡੋਲ ਹੋ ਜਾਂਦਾ ਇਹਨਾਂ ਦੁਨੀਆ ਦੇ ਪਸ਼ੂ ਦੀ ਬਿਰਤੀ ਤੋਂ। ਦੁਨਿਆਵੀ ਦੇ ਮਤਲਬ ਇਹ ਨਹੀਂ ਕਿ ਸਾਰੇ ਕਾਰੋਬਾਰ ਬਾਅਦ ਛੱਡ ਦਿੰਦਾ ਤੇ ਕੋਈ ਵੱਖਰਾ ਪਹਿਰਾਵਾ ਪਾ ਕੇ, ਨਹੀਂ। ਕਿਸੇ ਵੀ 35 ਮਹਾਂਪੁਰਸ਼ਾਂ ਦੇ ਜੀਵਨ ਵੱਲ ਧਿਆਨ ਮਾਰ ਕੇ ਵੇਖੋ, ਉਹਨਾਂ ਨੇ ਦੁਨੀਆ ਦੇ ਹਰ ਕਾਰਜ ਕੀਤੇ ਨੇ, ਪਰ ਉਹਨਾਂ ਦੇ ਅੰਦਰ ਐਸੀ ਅਵਸਥਾ ਸੀ
ਕਿ ਇਸ ਅਵਸਥਾ ਨੂੰ ਬਿਆਨ ਕਰਕੇ ਤੇ ਇਸ ਅਵਸਥਾ ਦਾ ਆਨੰਦ ਸਿੱਖ ਨੂੰ ਦੇ ਰਹੇ ਨੇ ਕਿ ਸਿੱਖਾ ਤੂੰ ਵੀ ਇਸ ਅਵਸਥਾ ਨੂੰ ਮਾਣ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।